ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਨ ਸੁਨ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਣ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਦੇ ਮਾਲਕ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਅਤੀ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਪਾਸ ਹਾਜ਼ਰੀਆਂ ਭਰਨ ਦਾ, ਸੇਵਾ ਕਰਨ ਦਾ ਆਪ ਸਭਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਆਪਾਂ ਲੜੀਵਾਰ, ਜੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਹਾਨ ਬਾਣੀ ਜਪਜੀ ਸਾਹਿਬ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ, ਇਹਦੀ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ। ਪ੍ਰਾਰੰਭ ਦੇ ਵਿੱਚ ਮੂਲ ਮੰਤਰ ਸਤਿਗੁਰਾਂ ਨੇ ਜੋ ਦਰਜ ਕੀਤਾ ਹੈ, ਪਰਮਾਤਮਾ ਪਰਮੇਸ਼ਵਰ ਨਿਰੰਕਾਰ ਦੇ ਮਹਾਨ ਗੁਣਾਂ ਨੂੰ ਸਤਿਗੁਰਾਂ ਨੇ ਇਸ ਮੂਲ ਮੰਤਰ ਦੇ ਅੰਦਰ ਦਰਜ ਕੀਤਾ ਹੈ। ਇਹਨਾਂ ਮਹਾਨ ਗੁਣਾਂ ਦੀ ਵਿਚਾਰ ਸਹਿਜੇ ਸਹਿਜੇ ਆਪਾਂ ਕਰ ਰਹੇ ਹਾਂ। ਅੱਜ ਦੇ ਦੀਵਾਨਾਂ ਦੇ ਵਿੱਚ ਜਿਹੜਾ ਸ਼ਬਦ ਆਪਾਂ ਵਿਚਾਰਨਾ ਹੈ, ਇਹ ਸ਼ਬਦ ਹੈ ਅਜੂਨੀ। ਇਸ ਤੋਂ ਪਹਿਲਾਂ ਵਾਲੇ ਜਿਹੜੇ ਗੁਣ ਨੇ, ਪਹਿਲਾਂ ਵਾਲੇ ਜਿਹੜੇ ਸ਼ਬਦ ਨੇ, ਉਹ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵੀਡੀਓਜ਼ ਦੇ ਅੰਦਰ ਵਿਚਾਰ ਚੁੱਕੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ। ਇਹਨਾਂ ਗੁਣਾਂ ਦੀ ਵਿਚਾਰ ਪਿਛਲੇਰੇ ਦੀਵਾਨਾਂ ਦੇ ਵਿੱਚ ਹੋ ਚੁੱਕੀ ਹੈ। ਅੱਜ ਜਿਹੜਾ ਸ਼ਬਦ ਸਤਿਗੁਰਾਂ ਨੇ ਉਚਾਰਿਆ ਅਜੂਨੀ, ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝਣ ਦਾ, ਵਿਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਸਤਿਗੁਰਾਂ ਦੀ ਕਿਰਪਾ ਸਦਕਾ ਕਰਨਾ ਹੈ। ਅਜੂਨੀ ਦਾ ਅਰਥ ਹੁੰਦਾ ਜੂਨਾਂ ਤੋਂ ਰਹਿਤ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਪਰਮਾਤਮਾ ਦੀ ਪਰਿਪੂਰਨ ਨਿਰੰਕਾਰ ਦੀ ਗੱਲ ਕਰਦੇ ਨੇ, ਸਤਿਗੁਰੂ ਜੀ ਆਖਦੇ ਨੇ ਐਸਾ ਪਰਮਾਤਮਾ ਕਦੀ ਜੂਨਾਂ ਦੇ ਵਿੱਚ ਨਹੀਂ ਭਟਕਦਾ, ਜੂਨਾਂ ਦੇ ਵਿੱਚ ਖੁਆਰ ਨਹੀਂ ਹੁੰਦਾ, ਜੂਨਾਂ ਦੇ ਵਿੱਚ ਭਟਕ ਕੇ ਦੁਖੀ ਨਹੀਂ ਹੁੰਦਾ। ਕੋਈ ਇਨਸਾਨ ਕਦੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਆ ਜਿਹੜੀ ਵਸਤ ਮੈਂ ਦੇਖ ਰਿਹਾ ਇਹ ਪਰਮਾਤਮਾ ਹੈ। ਕੋਈ ਮਨੁੱਖ ਦਾਅਵਾ ਨਹੀਂ ਕਰ ਸਕਦਾ ਆਹੀ ਪਰਮਾਤਮਾ ਜਾਂ ਉਹ ਪਰਮਾਤਮਾ ਜਾਂ ਇਹ ਪਰਮਾਤਮਾ ਹੈ।
ਕਹਿਣ ਦਾ ਭਾਵ ਕਿਸੇ ਪੱਥਰ ਦੇ ਉੱਤੇ ਨਹੀਂ ਆਪਾਂ ਦਾਅਵਾ ਕਰ ਸਕਦੇ ਇਹ ਪਰਮਾਤਮਾ ਹੈ। ਆਪਾਂ ਕਿਸੇ ਜੀਵ ਦੇ ਉੱਤੇ ਦਾਅਵਾ ਨਹੀਂ ਕਰ ਸਕਦੇ ਇਹ ਪਰਮਾਤਮਾ ਹੈ। ਕਿਸੇ ਸਰੀਰ ਦੇ ਉੱਤੇ ਆਪਾਂ ਦਾਅਵਾ ਨਹੀਂ ਕਰ ਸਕਦੇ ਇਹ ਪਰਮਾਤਮਾ ਹੈ, ਕਿਉਂਕਿ ਪਰਮਾਤਮਾ ਇਹਨਾਂ ਜੂਨਾਂ ਦੇ ਵਿੱਚ ਭਟਕਦਾ ਨਹੀਂ। ਜਿਹੜੀਆਂ 84 ਲੱਖ ਜੂਨਾਂ 42 ਲੱਖ ਪਾਣੀ ਦੇ ਅੰਦਰ 42 ਲੱਖ ਧਰਤੀ ਦੇ ਉੱਤੇ ਗਿਣੀਆਂ ਜਾਂਦੀਆਂ ਨੇ, ਇਹ 84 ਲੱਖ ਜੂਨਾਂ ਪਰਮਾਤਮਾ ਨੇ ਆਪ ਜ਼ਰੂਰ ਸਿਰਜੀਆਂ, ਆਪ ਬਣਾਈਆਂ ਪਰਮਾਤਮਾ ਨੇ। ਪਰ ਇਹਨਾਂ 84 ਲੱਖ ਜੂਨਾਂ ਦੇ ਵਿੱਚ ਪਰਮਾਤਮਾ ਆਪ ਨਹੀਂ ਕੈਦ ਹੋਇਆ। ਬਣਾਉਣ ਵਾਲਾ ਉਹੀ ਹੈ, ਸਿਰਜਣ ਵਾਲਾ ਉਹੀ ਹੈ, ਬਣਾ ਕੇ ਸਿਰਜ ਕੇ ਇਹਨਾਂ ਦੇ ਵਿੱਚੋਂ ਆਜ਼ਾਦ ਹੋ ਗਿਆ ਹੈ, ਇਹਨਾਂ ਦੇ ਵਿੱਚ ਕੈਦ ਨਹੀਂ ਹੋਇਆ। ਬਾਣੀ ਦੇ ਵਿੱਚੋਂ ਆਓ ਆਪਾਂ ਕੁਝ ਕੁ ਦਰਸ਼ਨ ਕਰੀਏ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਦੁਨੀਆ ਦੇ ਲੋਕ ਆਖਦੇ ਨੇ ਅਸ਼ਟਮੀ ਨੂੰ ਭਗਵਾਨ ਨੇ ਜਨਮ ਲਿਆ। ਸਾਰੀਆਂ ਥਿਤਾਂ, ਸਾਰੇ ਵਾਰ, ਸਾਰੇ ਦਿਨ ਮਿਥ ਲਏ ਗਏ, ਫਲਾਣੇ ਵਾਰ ਨੂੰ ਫਲਾਣਾ ਭਗਵਾਨ, ਫਲਾਣੀ ਥਿਤ ਨੂੰ ਫਲਾਣਾ ਭਗਵਾਨ। ਪਰ ਇਹ ਜਿਹੜੇ ਦਾਅਵੇ ਨੇ ਬਿਲਕੁਲ ਮੁੱਢੋਂ ਰੱਦ ਕਰ ਦਿੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ। ਬਚਨ ਮੈਂ ਪੂਰਾ ਪੜ੍ਹ ਦਿੰਨਾ। ਸਤਿਗੁਰੂ ਜੀ ਆਖਦੇ ਨੇ, ਸਗਲ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਭਰਮ ਭੁੱਲੇ ਨਰ ਕਰਤ ਕਚਰਾਇਨ। ਇਹ ਭਰਮਾਂ ਦੇ ਵਿੱਚ ਭੁੱਲੇ ਹੋਏ ਇਨਸਾਨ ਝੂਠ ਬੋਲਦੇ ਪਏ ਨੇ, ਇਹ ਸੱਚ ਨਹੀਂ ਬੋਲਦੇ ਪਏ। ਭਰਮ ਭੁੱਲੇ ਨਰ ਕਰਤ ਕਚਰਾਇਨ, ਜਨਮ ਮਰਨ ਤੇ ਰਹਿਤ ਨਾਰਾਇਣ। ਜਿਸ ਪਰਮਾਤਮਾ ਬਾਰੇ ਇਹ ਇਨਸਾਨ ਗੱਲਾਂ ਕਰਦੇ ਪਏ ਨੇ, ਉਹ ਪਰਮਾਤਮਾ ਨਾ ਜਨਮ ਲੈਂਦਾ ਤੇ ਨਾ ਹੀ ਮਰਦਾ ਏ। ਭਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਕਰ ਪੰਜੀਰ ਖੁਆਇਓ ਚੋਰ, ਚੋਰੀ ਚੋਰੀ ਦੇਸੀ ਘਿਓ ਦੀਆਂ ਚੂਰੀਆਂ ਬਣਾ ਬਣਾ ਕੇ ਕੁਝ ਕੁ ਮਨੁੱਖ ਦਾਅਵਾ ਕਰਦੇ ਨੇ ਇਹ ਚੂਰੀ ਅਸੀਂ ਭਗਵਾਨ ਨੂੰ ਖਵਾਉਣੀ ਏ। ਪਰਮਾਤਮਾ ਇਹਨਾਂ ਦੀ ਚੂਰੀ ਨਹੀਂ ਖਾਂਦਾ। ਲੋਕ ਝੂਠ ਬੋਲਦੇ ਨੇ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੈ ਰੇ ਸਾਕਤ ਢੋਰ। ਸਗਲ ਪਰਾਧ ਦੇਹ ਲਰੋਨੀ। ਉਸ ਮਨੁੱਖ ਨੇ ਸਾਰੀ ਦੁਨੀਆ ਦੇ ਅਪਰਾਧ ਆਪਣੇ ਸਿਰ ਦੇ ਉੱਤੇ ਮੜ ਲਏ। ਜਿਹੜਾ ਬੰਦਾ ਆਖਦਾ ਹੈ ਕਿ ਮੈਂ ਪੰਗੂੜੇ ਦੇ ਵਿੱਚ ਭਗਵਾਨ ਨੂੰ ਪਾਇਆ ਤੇ ਆਪ ਲੋਰੀਆਂ ਦੇ ਕੇ ਉਹਨੂੰ ਸਵਾਉਣਾ ਪਿਆ, ਕਿਸੇ ਕਿੰਨੀ ਹਾਸੋਹੀਣੀ ਗੱਲ ਏ। ਭਗਵਾਨ ਇਹਨਾਂ ਦੀਆਂ ਲੋਰੀਆਂ ਨਹੀਂ ਲੈਂਦਾ, ਇਹਨਾਂ ਦੇ ਪੰਘੂੜੇ ਦੇ ਵਿੱਚ ਨਹੀਂ ਪੈਂਦਾ। ਪਰ ਇਹ ਲੋਕ ਦਾਅਵਾ ਕਰਦੇ ਨੇ। ਇਹਨਾਂ ਦੇ ਦਾਅਵੇ ਨੂੰ ਅਖੀਰ ਦੇ ਵਿੱਚ ਮੁੱਢੋਂ ਹੀ ਨਕਾਰ ਦਿੱਤਾ। ਆਖ ਦਿੱਤਾ ਤੂੰ ਸਾਰੇ ਅਪਰਾਧ ਕਰ ਲਏ ਨੇ। ਜਿਹੜਾ ਆਖਦਾ ਪਿਆ ਵੀ ਭਗਵਾਨ ਨੂੰ ਮੈਂ ਲੋਰੀਆਂ ਪਿਆ ਦਿੰਨਾ ਪਿਆ। ਸਗਲ ਅਪਰਾਧ ਦੇਹ ਲਰੋਨੀ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ। ਸੋ ਮੁਖ ਜਲੋ, ਉਹ ਮੁਖ ਸੜ ਜਾਏ, ਉਹ ਜਿਹਬਾ ਸੜ ਜਾਏ, ਉਹ ਜ਼ੁਬਾਨ ਸੜ ਜਾਏ। ਜਿਹੜੀ ਜ਼ੁਬਾਨ ਆਖਦੀ ਹੈ ਪਰਮਾਤਮਾ ਭਗਵਾਨ ਜੂਨਾਂ ਦੇ ਵਿੱਚ ਭਟਕਦਾ ਹੈ। ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਇੱਕ ਗੱਲ ਬੜੀ ਵਿਚਾਰਨ ਵਾਲੀ ਹੈ। ਆਪਾਂ ਸਾਰਿਆਂ ਨੂੰ ਇਸ ਭਲੀ ਭਾਂਤੀ ਇਸ ਗੱਲ ਦਾ ਗਿਆਨ ਹੈ ਕਿ ਦੁਨੀਆ ਦੇ ਉੱਤੇ ਜਨਮ ਲੈਣ ਦੇ ਲਈ ਮਾਤਾ ਪਿਤਾ ਦਾ ਹੋਣਾ ਬੜਾ ਜ਼ਰੂਰੀ ਹੈ। ਜਿਵੇਂ ਬਾਣੀ ਨੇ ਵੀ ਆਖਿਆ, ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਔਰ ਪਿਤਾ ਇਹਨਾਂ ਦੇ ਰਾਹੀਂ ਹੀ ਮਨੁੱਖ ਦਾ ਸਰੀਰ ਦਾ ਜੀਵਨ ਦਾ ਜਨਮ ਹੁੰਦਾ ਹੈ। ਪਰ ਸਤਿਗੁਰੂ ਜੀ ਆਖਦੇ ਨੇ ਪਰਮਾਤਮਾ ਦਾ ਆਪਣਾ ਕੋਈ ਪਿਤਾ ਨਹੀਂ, ਨਾ ਤਤ ਹੈ ਨਾ ਮਤ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ। ਫਿਰ ਉਹ ਪੈਦਾ ਕਿਵੇਂ ਹੋਇਆ? ਪੈਦਾ ਨਹੀਂ ਹੋਇਆ ਪਰਮਾਤਮਾ। ਪੈਦਾ ਕੇਵਲ ਜੂਨਾਂ ਵਾਲੇ ਹੁੰਦੇ ਨੇ, ਜਿਵੇਂ ਪਸ਼ੂਆਂ ਦੇ ਬੱਚੇ, ਪੰਛੀਆਂ ਦੇ ਬੱਚੇ, ਜੀਵ ਜੰਤੂਆਂ ਦੇ ਬੱਚੇ ਜਿਹੜੇ ਜੂਨਾਂ ਦੇ ਵਿੱਚ ਆਏ ਨੇ, ਉਹਨਾਂ ਦਾ ਜਨਮ ਹੋ ਰਿਹਾ, ਜੂਨੀ ਰਾਹੀਂ ਹੋ ਰਿਹਾ। ਮਨੁੱਖ ਦੇ ਬੱਚਿਆਂ ਦਾ ਜਨਮ ਹੋ ਰਿਹਾ, ਪਰਮਾਤਮਾ ਨਹੀਂ ਜਨਮ ਲੈਂਦਾ।
ਕਿਸੇ ਪਿਤਾ ਨੇ ਕਿਸੇ ਮਾਤਾ ਨੇ ਉਹਨਾਂ ਨੂੰ ਜਨਮ ਨਹੀਂ ਦਿੱਤਾ ਪਰਮਾਤਮਾ ਨੂੰ। ਨਾ ਤਤ ਹੈ ਨਾ ਮਤ ਹੈ ਨਾ ਜਤ ਹੈ ਨਾ ਪਤ ਹੈ। ਪਰਮਾਤਮਾ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ। ਆਪ ਹੀ ਨੇ ਆਪ ਰਚਿਓ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਬਣਾਇਆ, ਆਪ ਹੀ ਸਾਜਿਆ, ਆਪ ਹੀ ਰਚਿਆ, ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਹੈ। ਕਿਸੇ ਮਾਤਾ ਕਿਸੇ ਪਿਤਾ ਨੇ ਉਹਨੂੰ ਜਨਮ ਨਹੀਂ ਦਿੱਤਾ। ਇੱਕ ਬੇਨਤੀ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਹੈ, ਪਰਮਾਤਮਾ ਤੇ ਜੂਨਾਂ ਤੋਂ ਰਹਿਤ ਹੈ, ਪਰ ਇਹਦੇ ਵਿੱਚ ਮੈਨੂੰ ਕੀ ਲਾਭ ਮਿਲਿਆ, ਮੈਨੂੰ ਕੀ ਸੇਧ ਮਿਲੀ? ਦਰਅਸਲ ਸਾਨੂੰ ਇਹਦੇ ਵਿੱਚ ਸੇਧ ਪਤਾ ਕੀ ਮਿਲਦੀ ਏ? ਇਹਦੇ ਵਿੱਚ ਇਹ ਸੇਧ ਮਿਲਦੀ ਏ ਕਿ ਬੰਦਿਆ ਤੂੰ ਵੀ ਪ੍ਰਮਾਤਮਾ ਦੇ ਵਾਂਗੂ ਜੂਨਾਂ ਤੋਂ ਰਹਿਤ ਹੋਣਾ, ਜਿਉਂਦੇ ਜੀ ਜੂਨਾਂ ਤੋਂ ਰਹਿਤ ਹੋਣਾ ਏ। ਤੇ ਮੈਨੂੰ ਖਿਮਾ ਕਰਿਆ ਜੇ ਅਸੀਂ ਜੂਨਾਂ ਤੋਂ ਕੀ ਰਹਿਤ ਹੋਣਾ, ਅਸੀਂ ਤੇ ਇੱਕ ਬੰਦੇ ਵੀ ਨਹੀਂ ਬਣ ਸਕੇ। ਅਖਲਾਉਂਦੇ ਆਪਣੇ ਆਪ ਨੂੰ ਧਰਤੀ ਦੇ ਸਿਕਦਾਰ ਹਾਂ, ਪਰ ਅਸੀਂ ਇੱਕ ਇਨਸਾਨ ਕਿ ਇੱਕ ਬੰਦੇ ਵੀ ਅਸੀਂ ਚੰਗੇ ਤਰੀਕੇ ਨਾਲ ਨਹੀਂ ਬਣ ਸਕੇ। ਬੰਦੇ ਦਾ ਅਰਥ ਹੁੰਦਾ ਗੁਲਾਮ, ਕਿ ਅਸੀਂ ਪਰਮਾਤਮਾ ਦੇ ਗੁਲਾਮ ਬਣੇ ਨਹੀਂ, ਅਸੀਂ ਪਰਮਾਤਮਾ ਦੇ ਵਿਰੋਧੀ ਬਣੇ ਹੋਏ ਹਾਂ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਬੰਦਾ ਉਹ ਜਿਹੜਾ ਪ੍ਰਮਾਤਮਾ ਦਾ ਗੁਲਾਮ ਹੋਵੇ। ਤੇ ਜਦ ਕਿ ਸਤਿਗੁਰਾਂ ਨੇ ਆਖਿਆ ਬੰਦਿਆ ਤੂੰ ਬੰਦਾ ਨਹੀਂ, ਤੂੰ ਜੂਨਾਂ ਦੇ ਵਿੱਚ ਜਿਉਂਦੇ ਜੀ ਭਟਕ ਰਿਹਾ। ਤੇਰੀ ਜੂਨ ਅਤੇ ਪਸ਼ੂਆਂ ਦੀ ਜੂਨ, ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ। ਜੋ ਕਰਮ ਪਸ਼ੂ ਕਰਦੇ ਪਏ ਨੇ ਉਹੀ ਕਰਮ ਬੰਦਿਆ ਤੂੰ ਕਰਦਾ ਪਿਆ ਹੈ। ਉਹ ਵੀ ਦਿਨ ਰਾਤ ਖਾਂਦੇ ਨੇ, ਸੋ ਜਾਂਦੇ ਨੇ, ਕੰਮਕਾਰ ਕਰਦੇ ਨੇ, ਇਵੇਂ ਦੇ ਜੀਵਨ ਤੇਰਾ ਏ। ਉਹ ਵੀ ਬੱਚੇ ਪੈਦਾ ਕਰਦੇ ਨੇ, ਤੂੰ ਵੀ ਆਪਣੇ ਪਰਿਵਾਰ ਨੂੰ ਬਣਾਉਣਾ ਏ। ਇਹਦਾ ਭਾਵ ਇੱਕ ਪਸ਼ੂ ਦੀ ਜੂਨ ਦੇ ਵਿੱਚ ਤੇ ਤੇਰੀ ਜੂਨ ਦੇ ਵਿੱਚ ਕੋਈ ਅੰਤਰ ਨਹੀਂ ਹੋਇਆ। ਤਾਂ ਹੀ ਸਤਿਗੁਰਾਂ ਨੇ ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਤੂੰ ਆਪਣੇ ਆਪ ਨੂੰ ਅਖਵਾਉਣਾ ਭਾਵੇਂ ਦੀ ਮਨੁੱਖ ਹੈ, ਪਰ ਜਿਉਂਦੇ ਜੀ ਪਸ਼ੂਆਂ ਦੀਆਂ ਜੂਨਾਂ ਭੋਗ ਰਿਹਾ। ਜਦ ਕਿ ਅਸੀਂ ਜਿਉਂਦੇ ਜੀ ਇਹਨਾਂ ਜੂਨਾਂ ਤੋਂ ਰਹਿਤ ਹੋਣਾ ਸੀ, ਇੱਕ ਬੰਦਾ ਬਣਨਾ ਸੀ, ਇੱਕ ਮਨੁੱਖ ਬਣਨਾ ਸੀ, ਇੱਕ ਚੰਗਾ ਇਨਸਾਨ ਬਣਨਾ ਸੀ, ਇੱਕ ਧਰਮੀ ਗੁਰਸਿੱਖ ਬਣਨਾ ਸੀ, ਜੋ ਅਸੀਂ ਨਹੀਂ ਬਣ ਸਕੇ। ਇਨਸਾਨ ਦੇ ਦਿਲੋਂ ਦਿਮਾਗ ਦੇ ਵਿੱਚ ਨਾ ਦਿਨ ਰਾਤ ਮਾਇਆ ਦਾ ਪ੍ਰਭਾਵ ਹੈ। ਦਿਨ ਰਾਤ ਮਾਇਆ ਦੀ ਚਿਤਵਨੀ ਮਨ ਦੇ ਵਿੱਚ ਲੱਗੀ ਰਹਿੰਦੀ ਏ। ਸਤਿਗੁਰਾਂ ਨੇ ਆਖਿਆ ਜਿਹੜਾ ਬੰਦਾ ਦਿਨ ਰਾਤ ਮਾਇਆ ਬਾਰੇ ਸੋਚ ਰਿਹਾ, ਉਹ ਜਿਉਂਦੇ ਜੀ ਸਰਪ ਦੀ ਜੂਨ ਭੋਗਦਾ ਪਿਆ ਏ। ਵੇਖੋ ਮੈਂ ਬੇਨਤੀਆਂ ਕਰ ਰਿਹਾ, ਜਿਉਂਦੇ ਜੀ ਅਸੀਂ ਜੂਨਾਂ ਭੋਗ ਰਹੇ ਹਾਂ, ਜਦ ਕਿ ਜਿਉਂਦੇ ਜੀ ਜੂਨਾਂ ਤੋਂ ਰਹਿਤ ਹੋਣਾ ਏ। ਸਤਿਗੁਰੂ ਜੀ ਆਖਦੇ ਨੇ ਜਿਵੇਂ ਸੱਪ ਮਾਇਆ ਦੇ ਉੱਤੇ ਕੁੰਡਲੀ ਲਾ ਕੇ ਬੈਠਾ ਰਹਿੰਦਾ ਹੈ, ਤੇਰਾ ਮਨ ਦਿਨ ਰਾਤ ਜੇ ਮਾਇਆ ਚਿਤਵਦਾ ਪਿਆ। ਇਹਦਾ ਭਾਵ ਇੱਕ ਸਰਪ ਦੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਅਗਲਾ ਬਚਨ ਆਉਂਦਾ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਜੇ ਤੇਰੇ ਜੀਵਨ ਦੇ ਵਿੱਚ ਬੰਦਗੀ ਨਹੀਂ ਆਈ, ਭਗਤੀ ਨਹੀਂ ਆਈ, ਸਿਮਰਨ ਨਹੀਂ ਆਇਆ, ਤੇ ਤੇਰਾ ਜੀਵਨ ਬਿਲਕੁਲ ਵਿਅਰਥ ਹੈ। ਵੇਖੋ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਨੋਰਥ ਹੁੰਦਾ ਹੈ। ਜੇ ਮੈਂ ਆਪਣੇ ਗੁੱਟ ਦੇ ਉੱਤੇ ਘੜੀ ਬੰਨੀ ਹੈ ਨਾ, ਭਾਵੇਂ ਇਹ ਘੜੀ ਬੜੀ ਸਿੰਪਲ ਹੋਵੇ, ਭਾਵੇਂ ਦੀ ਇਹ ਘੜੀ 100 ਜਾਂ 150 ਜਾਂ 200 ਰੁਪਏ ਦੀ ਹੋਵੇ, ਜੇ ਇਹ ਘੜੀ ਸਹੀ ਟਾਈਮ ਦੇ ਰਹੀ ਏ ਤੇ ਇਹਦਾ ਮਨੋਰਥ ਸਫਲ ਏ, ਗੁੱਟ ਤੇ ਬੰਨਣੀ ਸਫਲ ਏ। ਤੇ ਜੇ ਘੜੀ ਸੋਨੇ ਦੀ ਬੰਨੀ ਹੋਵੇ, ਹੀਰੇ ਜਵਾਹਰਾਤ ਨਾਲ ਜੜੀ ਹੋਈ ਬੰਨੀ ਹੋਵੇ, ਤੇ ਉਹ ਟਾਈਮ ਨਾ ਦਿੰਦੀ ਹੋਵੇ, ਟਾਈਮ ਉਹਦਾ ਖਰਾਬ ਹੋਵੇ, ਬਿਲਕੁਲ ਅੰਦਰੋਂ ਚੱਲਦੀ ਨਾ ਹੋਵੇ, ਪੁਰਜੇ ਉਹਦੇ ਖੜੇ ਹੋਏ ਹੋਣ, ਤੇ ਸੱਚ ਜਾਣਿਆ ਜੇ ਉਹ ਸੋਨੇ ਦੀ ਘੜੀ ਵੀ ਵਿਅਰਥ ਏ। ਇਨ ਭਿਨ ਇਸੇ ਪ੍ਰਕਾਰ
ਤੁਸੀਂ ਕਦੀ ਵਿਚਾਰ ਕੇ ਵੇਖੋ, ਅਸੀਂ ਸਰੀਰ ਕਰਕੇ ਸੰਸਾਰ ਦੇ ਉੱਤੇ ਕਿਉਂ ਆਏ ਆ? ਕੇਵਲ ਜੂਨਾ ਭੁਗਤਣ ਲਈ ਆਏ ਆ? ਨਹੀਂ, ਇਸ ਸਰੀਰ ਦਾ ਵੀ ਕੋਈ ਨਾ ਕੋਈ ਮਨੋਰਥ ਹੈ। ਜੇ ਉਹ ਮਨੋਰਥ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਸਾਡਾ ਸਰੀਰ, ਸਾਡਾ ਜੀਵਨ ਬਿਲਕੁਲ ਵਿਅਰਥ ਹੈ, ਕੇਵਲ ਜੂਨਾ ਹੀ ਭੁਗਤਦੇ ਪਏ ਆ ਜੇ ਮਨੋਰਥ ਪੂਰਾ ਨਹੀਂ ਹੋ ਰਿਹਾ। ਤੁਸੀਂ ਬਾਣੀ ਪੜ੍ਹੋ, ਇਹ ਸਰੀਰਾ ਮੇਰੇ ਆ, इस जग में आए कह क्या तुद कर्म कमाया, के कर्म कमाया तुद शरीरा जातू जग में, तेरा मनोरथ सी जे तू नहीं पूरा कीता, तेरा मनोरथ बिल्कुल असफल हो गया, केवल ते केवल एक जूना दा भार ही चुकी फिरदा पिया, होर कुछ भी नहीं। सतगुरां ने ते बाणी विच इत्थों तक कह दिता, सतगुरु जी आखदे ने जे तू गरीबां दा खून पिया पीना ना, जे तू गरीबां दी रत पिया पीना पिया, मास नचोड़ नचोड़ के पिया खाना पिया, ते एक हकराए हुए कुत्ते दे विच ते एक भेड़िए दे विच कोई अंतर नहीं, तेरे विच कोई अंतर नहीं। जे गरीबां दा खून पिया पीना पिया है, सतगुरां दा बचन आउंदा है, राजे शी मुकदम कुत्ते, जे तू अपने आप नूं बड़ा वड्डा अखवाउना पिया ते पराया हक पिया मारदा पिया, ते आखदे ने राजे शी मुकदम कुत्ते, एक कुत्ते दी जून ते तेरे विच कोई अंतर ही नहीं रह गया। राजे शी मुकदम कुत्ते, जाए जगायन बैठे सुते, आखदे ने चाकर नांदा आओ घीओ, रात पित कुत्ते हो चट जाओ। आखदे ने एक कुत्ता जेड़ा पराए भांडे दे विच मूँह मारदा है, इसे प्रकार तेरा मन पराए तन पराए धन दे उत्ते निगाह पे रखी बैठा है। जे तेरे शरीर दा मनोरथ पूरा नहीं होया ते केवल जूना ही भुगतदा पिया है, जद कि इस शरीर दे राही असी कोई मनोरथ पूरा करन लई आए सां, ते ओ मनोरथ की सी? मैं बचन पूरा करदियां जेड़ा पढ़ रहा सां, ए शरीरा मेरेया इस जग में आए क्या तुद कर्म कमाया, के कर्म कमाया तुद शरीरा जातू जग में आया। हुण मनोरथ की सी? जिन हर तेरा रचन रचिया सो हर मन ना वसाया, जिन्नू तू जपन दे लई आया सै ओनू जपिया नहीं, मनोरथ पूरा नहीं होया। भई प्राप्त मानुख दे हरिया, गोबिंद मिलन की एह तेरी वरिया, अवर काज तेरा कितै ना काम, मिल साध संगत भज केवल नाम। बंदिया बंदगी कर, बंदा बन, परमेश्वर नू आराध, जूना तो रहत हो जावेगा, नहीं ते जूना दे विच ही भटकदा फिरेगा। दरअसल बंदा पशु पता क्यों बनया पिया, इनू जूना भुगतनियां पता क्यों इन्नियां चंगियां लगदियां, क्योंकि ख्याल करिया जे एक चढ़ाई चढ़नी बड़ी कठिन हुंदी है ते हेठां उतरना बड़ा सौखा हुंदा है। बस मुश्किल ये बनी हुई है, अपनी सुरत नूं उच्चा चुक के, इन्हां पशुआं पंछियां दे जीवनां दे विचों उच्चा चुक के परमात्मा दे नाल जोड़ना, बंदगी दे नाल जोड़ना, बाणी दे नाल जोड़ना, मोह माया दे चिकड़ दे विचों उच्चा उठ के परमात्मा दे अमृत दे नाल जुड़ना बड़ा कठिन जिहा मनुख नूं नज़र आउंदा है, ते इस मोह माया दे चिकड़ दे विच डिगना बड़ा सौखा जिहा नज़र आउंदा है, तां ही डिगिया फिरदा है। सतगुरां ने आख्या बंदिया जे तू बंदा बनना इन्हां जूना तो रहत होना ते एक गल चेते रख, गुर की मत तू लेह ए आने। तू जे गुरु दी मत नूं लैके अपनी मत नूं उच्चा चुक लवेंगा, अपनी मत नूं श्रेष्ठ कर लवेंगा, अपनी मत दे विचों विकारां दे चिकड़ नूं कढ लवेंगा, ते गुरु तैनूं जिउंदे जी इन्हां जूना दे विचों मुक्त कर देवेगा। गुर की मत तू ले ए आने, भगत बिना बो डूबे सियाने। जेड़े भगती तो बिना, भगती तो हीने मनुख ने अपने आप नूं सियाणे आखदे ने, वो डुब जांदे ने। दरअसल असी समाज दे अंदर सियाणा पता किहनूं कहने आ? जेड़ा बंदा दूजियां दे विच नुक्स कढ सकदा होवे।
ਹੁਣ ਕਿਸੇ ਦੇ ਧੀ ਪੁੱਤਰ ਨੂੰ ਵੇਖਣ ਜਾਣਾ ਹੋਵੇ ਤੇ ਲੋਕ ਅਕਸਰ ਪਤਾ ਕੀ ਕਰਨਗੇ, ਤੁਰਨ ਲੱਗਿਆਂ ਕਿਸੇ ਸਿਆਣੇ ਬੰਦੇ ਨੂੰ ਨਾਲ ਲੈ ਲਵੋ। ਹੁਣ ਸਿਆਣੇ ਦਾ ਮਾਪਦੰਡ ਦੁਨੀਆ ਦੇ ਲਈ ਕੀ ਹੈ? ਜਿਹੜਾ ਜਾ ਕੇ ਵੇਖ ਸਕੇ ਫਲਾਣੇ ਦੇ ਵਿੱਚ ਕੀ ਨੁਕਸ ਹੈ, ਕੀ ਨਹੀਂ ਹੈ ਨੁਕਸ। ਜਿਹੜਾ ਨੁਕਸ ਕੱਢਦਾ ਹੋਵੇ ਉਹਨੂੰ ਦੁਨੀਆ ਸਿਆਣਾ ਮੰਨਦੀ ਏ, ਜਦ ਕਿ ਬਾਣੀ ਉਸ ਮਨੁੱਖ ਨੂੰ ਸਿਆਣਾ ਮੰਨਦੀ ਏ ਜਿਹੜਾ ਆਪਣੇ ਨੁਕਸ, ਆਪਣੇ ਔਗਣਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਕੱਢਣ ਦਾ ਮਾਦਾ ਰੱਖਦਾ ਹੋਵੇ, ਉਹਨੂੰ ਸਿਆਣਾ ਬਣਦੀ ਹੈ। ਬਾਬੇ ਫਰੀਦ ਨੇ ਇਹ ਬਚਨ ਆਖੇ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਬੰਦਿਆ ਤੂੰ ਸਿਆਣਾ ਬਣ। ਸਿਆਣਾ ਉਹ ਨਹੀਂ ਜਿਹੜਾ ਦੂਜਿਆਂ ਦੇ ਨੁਕਸ ਕੱਢ ਸਕਦਾ ਹੋਵੇ, ਸਿਆਣਾ ਉਹ ਜਿਹੜਾ ਆਪਣੇ ਔਗਣਾਂ ਨੂੰ ਕੱਢ ਕੇ ਵਿੱਚ ਗੁਣਾਂ ਦਾ ਵਾਸਾ ਕਰ ਸਕਦਾ ਹੋਵੇ, ਜਿਹੜਾ ਆਪਣੇ ਔਗਣਾਂ ਨੂੰ ਮੇਟ ਕੇ ਪਰਮਾਤਮਾ ਦੇ ਗੁਣਾਂ ਦਾ ਧਾਰਨੀ ਬਣ ਸਕਦਾ ਹੋਵੇ। ਫਰੀਦਾ, ਜੇ ਤੂੰ ਅਕਲ ਲਤੀਫ, ਜੇ ਤੂੰ ਆਪਣੇ ਆਪ ਨੂੰ ਸਿਆਣਾ ਅਖਵਾਉਣਾ, ਕਾਲੇ ਲਿਖ ਨਾ ਲੇਖ, ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜਿਆਂ ਵੱਲ ਨਾ ਵੇਖ, ਆਪਣੇ ਅੰਦਰ ਝਾਤ ਮਾਰ ਕਿ ਮੇਰਾ ਜੀਵਨ ਪਸ਼ੂਆਂ ਵਰਗਾ ਤੇ ਨਹੀਂ, ਕਿ ਮੇਰਾ ਜੀਵਨ ਲੋਭੀ ਤੇ ਨਹੀਂ, ਕਿ ਮੇਰਾ ਜੀਵਨ ਮੋਹ ਮਾਇਆ ਦੇ ਵਿੱਚ ਲਬਰੇਜ਼ ਤੇ ਨਹੀਂ, ਕਿ ਮੇਰਾ ਜੀਵਨ ਇੱਕ ਪਸ਼ੂਆਂ ਦੇ ਵਾਂਗੂ ਤੇ ਨਹੀਂ, ਮੈਂ ਦੂਜਿਆਂ ਦਾ ਹੱਕ ਤੇ ਨਹੀਂ ਮਾਰਦਾ ਪਿਆ। ਸਤਿਗੁਰੂ ਜੀ ਆਖਦੇ ਨੇ, ਜਿਸ ਬੰਦੇ ਦੇ ਅੰਦਰ ਇਹ ਵਿਚਾਰ ਪੈਦਾ ਹੋ ਗਈ, ਉਹ ਜਿਉਂਦੇ ਜੀ ਅਜੂਨੀ ਹੋ ਜਾਂਦਾ ਹੈ, ਅਜੂਨੀ ਦੇ ਵਿੱਚ ਅਭੇਦ ਹੋ ਜਾਂਦਾ ਹੈ, ਪਰਮੇਸ਼ਵਰ ਦੇ ਅੰਦਰ ਥਾਂ ਪ੍ਰਾਪਤ ਕਰ ਲੈਂਦਾ ਹੈ। ਜਿਸ ਬੰਦੇ ਨੂੰ ਆਪਣਾ ਆਪ ਅੰਦਰ ਦਾ ਗਿਆਤ ਹੋ ਗਿਆ, ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਇਹੀ ਗੁਣ ਆਪਾਂ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਆਪਣੇ ਅੰਦਰ ਚੰਗੇ ਗੁਣ ਪੈਦਾ ਕਰੋ, ਆਪਣੇ ਆਪ ਨੂੰ ਪਸ਼ੂਆਂ ਤੋਂ, ਜੀਵ ਜੰਤੂਆਂ ਦੇ ਜੀਵਨ ਤੋਂ ਅੰਦਰੋਂ ਅਲੱਗਾ ਕਰੀਏ। ਆਪਣੀ ਸੁਰਤ ਨੂੰ ਇੰਨਾ ਕੁ ਉੱਚਾ ਚੁੱਕ ਲਈਏ, ਮੋਹ ਮਾਇਆ ਦੇ ਚਿੱਕੜ ਦੇ ਵਿੱਚ ਇਹ ਸੁਰਤ ਲਬਰੇਜ਼ ਹੀ ਨਾ ਹੋਵੇ, ਗੰਦੀ ਨਾ ਹੋਵੇ, ਸੁਰਤ ਬਿਲਕੁਲ ਨਿਰਮਲ ਹੋ ਜਾਵੇ, ਫਿਰ ਅਸੀਂ ਵੀ ਅਜੂਨੀ ਹੋ ਜਾਵਾਂਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਮਹਿਰਾਮਤ ਕਰਨ, ਸਾਡੀ ਸੁਰਤ ਨੂੰ ਉੱਚਾ ਚੁੱਕ ਕੇ ਆਪਣੇ ਅੰਦਰ ਅਭੇਦ ਕਰ ਲੈਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜੀ। ਅਗਲੇਰਾ ਸ਼ਬਦ ਸਹਿਬ ਹਮ, ਇਹਦੀ ਵਿਚਾਰ ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਕਰਾਂਗੇ। ਅਖੀਰ ਫਤਿਹ ਦੀ ਸਾਂਝ ਪਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।